ਹੈਲੋ एवरीवन, स्वागत है ਤੁਹਾਡਾ ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ। ਅੱਜ ਅਸੀਂ ਕਰਾਂਗੇ ਜਮਾਤ 7ਵੀਂ ਦਾ ਵਿਆਕਰਣ ਭਾਗ। ਵਿਆਕਰਣ ਭਾਗ ਦੇ ਵਿੱਚ ਅੱਜ ਅਸੀਂ ਕਰਨਾ ਹੈ ਚੈਪਟਰ ਨੰਬਰ 11 ਨੰਬਰ ਚੈਪਟਰ ਸਾਡੇ ਕੋਲ ਕਿਹੜਾ ਹੈ? ਕਿਰਿਆ। ਕਿਰਿਆ ਕਿਸ ਨੂੰ ਕਹਿੰਦੇ ਨੇ ਇਸ ਬਾਰੇ ਅੱਜ ਅਸੀਂ ਪੜ੍ਹਨਾ ਹੈ। ਕਿਰਿਆ ਨੂੰ ਬੱਚੇ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ? ਵਰਬ। ਇੰਗਲਿਸ਼ ਵਿੱਚ ਇਸ ਨੂੰ ਵਰਬ ਕਿਹਾ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਇਸ ਨੂੰ ਕਿਰਿਆ ਕਿਹਾ ਜਾਂਦਾ है। ਕਿਰਿਆ ਤੋਂ ਭਾਵ है कोई काम करना, जो काम हो रहा है, ठीक है, उसनों ਕਿਰਿਆ ਕਿਹਾ ਜਾਂਦਾ है। इंग्लिश ਵਿੱਚ उसनों verb ਕਿਹਾ ਜਾਂਦਾ है। ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਜਾਂ ਕਾਲ ਸਾਹਿਤ ਬਾਰੇ ਜਾਣਕਾਰੀ ਮਿਲੇ ਉਸਨੂੰ ਕਿਰਿਆ ਆਖਦੇ ਹਨ। ਆਪਾਂ ਫਿਰ ਪਰਿਭਾਸ਼ਾ ਪਹਿਲਾਂ ਪੜਾਂਗੇ। ਜਿਹੜੇ ਸ਼ਬਦਾਂ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਕਾਲ ਸਾਹਿਤ ਭਾਵ ਨਾਲ ਕਾਲ ਦੀ ਵੀ ਜਾਣਕਾਰੀ ਮਿਲੇ। काल ਸਾਹਿਤ ਜਾਣਕਾਰੀ ਮਿਲੇ ਉਸਨੂੰ ਕਿਰਿਆ ਕਿਹਾ ਜਾਂਦਾ ਹੈ। ਤੁਸੀਂ ਧਿਆਨ ਨਾਲ ਬੱਚੇ ਦੇਖ ਲਓ ਪਰਿਭਾਸ਼ਾ ਕੀ ਹੈ ਕਿਰਿਆ ਦੀ। ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਕਾਲ ਸਾਹਿਤ ਜਾਣਕਾਰੀ ਮਿਲੇ ਉਸਨੂੰ ਕਿਰਿਆ ਕਿਹਾ ਜਾਂਦਾ ਹੈ। ਜਦੋਂ ਬੱਚਾ ਕੋਈ ਕੰਮ ਹੋ ਰਿਹਾ ਹੈ, ਜਿਵੇਂ ਕਿ ਕੋਈ ਗਾ ਰਿਹਾ ਹੈ, ਕੋਈ ਪੜ੍ਹ ਰਿਹਾ ਹੈ, ਧੋਬੀ ਕੱਪੜੇ ਧੋ ਰਿਹਾ ਹੈ, ਉਹ ਸਕੂਲ ਜਾ ਰਿਹਾ ਹੈ, ਉਹ ਦੁਕਾਨ ਤੇ ਜਾ ਰਿਹਾ ਹੈ, ਉਹ ਹਸਪੀਟਲ ਜਾ ਰਿਹਾ ਹੈ, ਠੀਕ ਹੈ, ਕੋਈ ਨਾ ਕੋਈ ਕਿਰਿਆ ਹੋ ਰਹੀ ਆ। ਮਤਲਬ ਕਿ ਫ੍ਰੀ ਨਹੀਂ ਹੈਗੇ, ਕੋਈ ਨਾ ਕੋਈ ਕੰਮ ਕਰ ਰਹੇ ਨੇ, ਚਾਹੇ ਉਹ ਜਾ ਰਹੇ ਨੇ, चाहे कोई खा रहा है, चाहे कोई पढ़ रहा है, चाहे कोई किते जा रहा है। ये किया काम है, किरिया हो रही है, इसनों की कहते ने? किरिया, वर्ब, ठीक है। जेड़े शब्दां तो किसी काम दे होण जां करन बारे काल ਸਾਹਿਤ भाव के टाइम का भी सानू पता लगे भी वो किहड़ा टाइम दे विच काम हो रहा है, तो उसनों की कहा जाता है? किरिया। ते इस तो जिवें कि इत्थे तुसीं देखो कुड़ी खेड रही है, ठीक है, कुड़ी खेड रही है मतलब फ्री नहीं है, कुछ ना कुछ कर रही है। मुंडा गीत गा रहा है, ठीक है, वो फ्री नहीं हैगा, वो गीत गा रहा है, कोई ना कोई काम कर रहा है, किरिया कर रहा है। धोबी कपड़े धो रहा है, धोबी कपड़े काम कर रहा है, कपड़े धो रहा है, ठीक है, ये कोई ना कोई किरिया कर रहे हैं, काम कर रहे हैं, तो इसनों की कहा जाता है? किरिया। जेड़े शब्द खेड रही है, गा रहा है, ठीक है, धो रहा है, ये की ने? किरिया हैं। किरिया दी अगे दो किस्मां ने, इस बारे असीं पढ़ांगे। किस्मां किरिया दी किस्मां किन्नियां ने? किरिया दी दो किस्मां ने। पहली किस्म किहड़ी आ? अकर्मक किरिया। अकर्मक किरिया। दूसरी है साडे कोले सकर्मक किरिया। सकर्मक किरिया। ਹੁਣ ਅਸੀਂ पढ़ना है कि आकर्मक किरिया ਕਿਹੜੀ ਹੁੰਦੀ ਹੈ ਤੇ ਸਕਰਮਕ ਕਿਰਿਆ ਕਿਹੜੀ ਹੁੰਦੀ ਹੈ। आकर्मक किरिया तो भाव है, आकर्मक तो भाव कर्म तो बगैर, जिस विच कोई कर्म नहीं हैगा, किरिया हो रही है पर ਉਹਦੇ ਵਿੱਚ कर्म नहीं है, उसनों कहा जाता है अकर्मक किरिया। ਜਿਹੜੇ वाक करता होवे परंतु कर्म ना होवे, जो सिर्फ करता होवे कर्म ना होवे, उसनों अकर्मक किरिया कहा जाता है। अकर्मक किरिया की हुंदी है, इस विच मैं तुहानूं दस दिन्नी आ अंतर की हुंदा है। अकर्मक दे विच हुंदा है कि जिवें इस दे विच कर्म नहीं हुंदा है, सकर्मक दे विच हुंदा है कर्म हुंदा है, किरिया भी हुंदी है नाल कर्म भी हुंदा है, इसनूं अकर्मक कहंदे ने। सकर्मक की हुंदा है? नंबर 2 इस बारे पढ़ांगे। सकर्मक तो भाव
ਕਰਮ ਸਹਾਇਤ, ਉਸ ਵਿੱਚ ਕਰਤਾ ਵੀ ਹੁੰਦਾ ਵਾ ਤੇ ਕਰਮ ਵੀ ਹੁੰਦਾ ਵਾ, ਉਸ ਨੂੰ ਸਕਰਮਕ ਕਹਿੰਦੇ ਨੇ। ਤੇ ਅਕਰਮਕ ਜਿਸ ਵਿੱਚ ਕਰਤਾ ਤਾਂ ਹੁੰਦਾ ਹੈ ਪਰ ਕਰਮ ਨਹੀਂ ਹੁੰਦਾ। ਠੀਕ ਹੈ, ਇਹ ਤੁਸੀਂ ਡਿਫਰੈਂਸ ਪੜ੍ਹਨਾ ਹੈ। ਅਕਰਮਕ ਕਿਰਿਆ ਜਿਸ ਦੇ ਵਿੱਚ ਕਰਤਾ ਹੁੰਦਾ ਹੈ ਕਰਮ ਨਹੀਂ ਹੁੰਦਾ, ਉਹ ਅਕਰਮਕ ਕਿਰਿਆ ਹੈ। ਜਿਸ ਦੇ ਵਿੱਚ ਕਿਰਿਆ ਵੀ ਕਰਤਾ ਵੀ ਹੁੰਦਾ ਹੈ ਤੇ ਕਰਮ ਵੀ ਹੁੰਦਾ ਹੈ, ਉਹ ਸਕਰਮਕ ਕਿਰਿਆ ਹੁੰਦੀ ਹੈ। ਜਿਵੇਂ ਕਿ ਆਪਾਂ ਇਹਦੀ ਉਦਾਹਰਨ ਲਵਾਂਗੇ, ਮਾਤਾ ਜੀ ਅਖਬਾਰ ਪੜ੍ਹ ਰਹੇ ਹਨ। ਉਦਾਹਰਨ ਹੈ, ਮਾਤਾ ਜੀ ਪढ़ रहे हैं। माता जी पढ़ रहे हैं, ਇਹ ਕਿਹਦੀ ਉਦਾਹਰਨ ਹੈ? ਇਹ ਤੁਸੀਂ ਦੇਖਣਾ ਹੈ ਬੱਚੇ ਕਿ ਇਹ ਕਿਹਦੀ ਉਦਾਹਰਨ ਹੈ। ਇਹ ਹੈਗੀ ਸਾਡੇ ਕੋਲੇ ਅਕਰਮਕ ਦੀ। ਮਾਤਾ ਜੀ ਪੜ੍ਹ ਰਹੇ ਹਨ, ਮਾਤਾ ਜੀ ਇਹਦੇ ਵਿੱਚ ਇਹ ਤਾਂ ਨਹੀਂ ਲਿਖਿਆ ਕਿ ਮਾਤਾ ਜੀ ਕੀ ਪੜ੍ਹ ਰਹੇ ਹਨ, ਸਿਰਫ ਇਹੀ ਲਿਖਿਆ ਹੋਇਆ ਕਿ ਮਾਤਾ ਜੀ ਪੜ੍ਹ ਰਹੇ ਹਨ। ਤਾਂ ਇਹ ਕੀ ਹੈ? ਅਕਰਮਕ ਕਿਰਿਆ। ਇਸ ਵਿੱਚ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਅਖਬਾਰ ਪੜ੍ਹ ਰਿਹਾ ਹੈ ਜਾਂ ਬੁੱਕ ਪੜ੍ਹ ਰਹੇ ਨੇ, ਇਸ ਬਾਰੇ ਕੁਝ ਨਹੀਂ ਲਿਖਿਆ ਹੋਇਆ। ਉਹਨਾਂ ਨੇ ਸਿਰਫ ਇਹੀ ਲਿਖਿਆ ਹੋਇਆ ਹੈ ਕਿ ਮਾਤਾ ਜੀ ਪੜ੍ਹ ਰਹੇ ਹਨ। ਜਿਹਦੇ ਵਿੱਚ ਉਹਨਾਂ ਨੇ ਅਖਬਾਰ ਲਿਖਿਆ ਹੁੰਦਾ ਤਾਂ ਇਹ ਹੁੰਦੀ ਸਕਰਮਕ ਕਿਰਿਆ, ਕਰਮ, ਮਤਲਬ ਕਿ ਕਰਮ ਨਹੀਂ ਹੈਗਾ। ਉਹਨਾਂ ਨੇ ਸਿਰਫ ਲਿਖਤਾ ਮਾਤਾ ਜੀ ਪੜ੍ਹ ਰਹੇ ਹਨ, ਇਹ ਹੈਗੀ ਆ ਅਕਰਮਕ ਕਿਰਿਆ। ਠੀਕ ਹੈ, ਹੁਣ ਆਪਾਂ ਉਦਾਹਰਨ ਲਵਾਂਗੇ ਦੂਸਰੇ ਦੀ, ਸਕਰਮਕ ਕਿਰਿਆ ਦੀ। ਸਕਰਮਕ ਕਿਰਿਆ ਦੇ ਵਿੱਚ ਆਪਾਂ ਪੜਾਂਗੇ ਮਾਤਾ ਜੀ ਅਖਬਾਰ ਪੜ੍ਹ ਰਹੇ ਹਨ। ਹੁਣ ਸਕਰਮਕ ਕਿਰਿਆ ਦੇ ਵਿੱਚ ਕੀ ਸੀ? ਮਾਤਾ ਜੀ ਪੜ੍ਹ ਰਹੇ ਹਨ। ਇਸ ਵਿੱਚ ਮਾਤਾ ਜੀ ਅਖਬਾਰ ਨਹੀਂ ਲਿਖਿਆ ਹੋਇਆ। ਠੀਕ ਹੈ, ਇਸ ਵਿੱਚ ਸਿਰਫ ਲਿਖਿਆ ਹੈ ਮਾਤਾ ਜੀ ਪੜ੍ਹ ਰਹੇ ਹਨ, ਇਹ ਹੈਗੀ ਆ ਅਕਰਮਕ ਕਿਰਿਆ। ਠੀਕ ਹੈ, ਮਾਤਾ ਜੀ ਅਖਬਾਰ ਪੜ੍ਹ ਰਹੇ ਹਨ, ਅਖਬਾਰ ਕੀ ਹੈ ਸਾਡੇ ਕੋਲੇ? ਕਰਮ। ਠੀਕ ਹੈ, ਇਹ ਹੈਗੀ ਆ ਮਾਤਾ ਜੀ ਅਖਬਾਰ ਪੜ੍ਹ ਰਹੇ ਹਨ ਸਕਰਮਕ ਕਿਰਿਆ, ਮਾਤਾ ਜੀ ਪੜ੍ਹ ਰਹੇ ਹਨ ਅਕਰਮਕ ਕਿਰਿਆ। ਅਕਰਮਕ ਕਿਰਿਆ ਦੇ ਵਿੱਚ ਕਰਮ ਨਹੀਂ ਹੁੰਦਾ, ਸਿਰਫ ਕਰਤਾ ਹੁੰਦਾ ਹੈ, ਤੇ ਸਕਰਮਕ ਕਿਰਿਆ ਦੇ ਵਿੱਚ ਕਰਤਾ ਵੀ ਹੁੰਦਾ ਹੈ ਤੇ ਕਰਮ ਵੀ ਹੁੰਦਾ ਹੈ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਇਹ ਸੀ ਵਿਸ਼ੇਸ਼ਣ ਜਿਸ ਵਾਰ ਆਪਣੇ ਕੋਲ ਸੀ ਕਿਰਿਆ ਜੋ ਤੁਸੀਂ ਪੜ੍ਹਨੀ ਹੈ ਤੇ ਇਸ ਨੂੰ ਯਾਦ ਵੀ ਕਰਨਾ ਹੈ। ਆਪਣੀ ਪੱਕੀ ਕਾਪੀ ਦੇ ਉੱਪਰ ਤੁਸੀਂ ਇਸ ਨੂੰ ਲਿਖਣਾ ਹੈ।